फ्रेंड्स वेलकम टू आवर यूट्यूब चैनल चंडीगढ़ कॉम्पिटिटिव क्लासेस। ਅੱਜ ਦੀ ਜਿਹੜੀ ਆਪਣੀ ਵੀਡੀਓ ਹੈ ਜੀ ਉਹ ਇੰਗਲਿਸ਼ ਸਬਜੈਕਟ ਦੇ ਵਿੱਚ ਕੰਪਰੀਹੈਂਸ਼ਨ ਦੇ ਰਿਗਾਰਡਿੰਗ ਹੈ। ਪਹਿਲਾਂ ਵੀ ਇੱਕ ਵੀਡੀਓ ਕੰਪਰੀਹੈਂਸ਼ਨ ਦੇ ਰਿਗਾਰਡਿੰਗ ਅਪਲੋਡ ਕੀਤੀ ਸੀ ਅਸੀਂ ਆਪਣੇ ਚੈਨਲ ਤੇ। ਉਸ ਦੇ ਵਿੱਚ ਤੁਹਾਨੂੰ ਟਿਪਸ ਤੇ ਟ੍ਰਿਕਸ ਦੱਸੀਆਂ ਸੀ ਕਿ ਕੰਪਰੀਹੈਂਸ਼ਨ ਨੂੰ ਅਟੈਂਪਟ ਕਿਵੇਂ ਕਰਨਾ ਹੈਗਾ, ਕੰਪਰੀਹੈਂਸ਼ਨ ਵਿੱਚ ਕੀ ਕੀ ਇੰਪੋਰਟੈਂਟ ਹੈ, ਕੀ ਕੀ ਤੁਹਾਡੇ ਲਈ ਮਾਇਨੇ ਰੱਖਦਾ ਜਦੋਂ ਤੁਸੀਂ ਕੰਪਰੀਹੈਂਸ਼ਨ ਨੂੰ ਕਰਨਾ ਹੈਗਾ। ਠੀਕ ਹੈ ਜੀ, ਕੀ ਪ੍ਰੋਪਰ ਇੱਕ ਵੇ ਹੈ, ਇੱਕ ਪ੍ਰੋਪਰ ਵੇ ਦੱਸਿਆ ਹੋਇਆ ਉਸ ਦੇ ਵਿੱਚ ਕਿ ਪਹਿਲਾਂ ਕਿਵੇਂ ਕਰ ਸਕਦੇ ਹੋ ਤੇ ਨੈਕਸਟ ਸਟੈਪ ਬਾਈ ਸਟੈਪ ਤੁਸੀਂ ਕਿਵੇਂ ਆਪਦਾ ਕੰਪਰੀਹੈਂਸ਼ਨ ਅਟੈਂਪਟ ਕਰ ਸਕਦੇ ਹੋਗੇ ਤੇ ਉਹਦੀ ਜਿਹੜੀ ਐਕੂਰੇਸੀ ਹੈ ਉਹਦੀ ਰੇਸ਼ੋ ਅਪ ਹੋ ਜਾਂਦੀ ਹੈ। ਹੁਣ ਅੱਜ ਦਾ ਜਿਹੜਾ ਇਹ ਵੀਡੀਓ ਲੈਕਚਰ ਹੈ ਇਹਦੇ ਵਿੱਚ ਇੱਕ ਸੈਂਪਲ ਕੰਪਰੀਹੈਂਸ਼ਨ ਤੁਹਾਡੇ ਲਈ ਲੈ ਕੇ ਆਏ ਹਾਂ। ਸੈਂਪਲ ਕੰਪਰੀਹੈਂਸ਼ਨ ਦੇ ਵਿੱਚ ਤੁਹਾਨੂੰ ਸੋਲਵਡ ਇਹ ਅਸੀਂ ਸ਼ੋ ਕਰ ਰਹੇ ਹਾਂ ਤਾਂ ਕਿ ਤੁਸੀਂ ਉਸ ਵੀਡੀਓ ਨੂੰ ਪੌਜ਼ ਕਰਕੇ अच्छी तरह समझ भी सको कि कंप्रीहेंशन की है, असी कीता किवें है ਜਾਂ ਤੁਸੀਂ ਕਰਨਾ ਕਿਵੇਂ ਹੈ, ਕਿੱਥੋਂ ਲੋਕੇਸ਼ਨ ਮਿਲੀ ਆਨਸਰਸ ਦੀ, ਲੋਕੇਸ਼ਨਸ ਤੁਸੀਂ ਆਥੈਂਟਿਕਲੀ ਵੈਰੀਫਾਈ ਕਿਵੇਂ ਕਰ ਰਹੇ ਹੋ ਕਿ ਜਿਹੜਾ ਹੈਗਾ ਲੋਕੇਸ਼ਨ ਦੇ ਜਿਹੜੇ ਸਟੇਟਮੈਂਟ ਹੈ ਜਾਂ ਸੈਂਟੈਂਸ ਹੈ ਉਹ ਆਨਸਰ ਨਾਲ ਮੈਚ ਕਿਵੇਂ ਕਰ ਰਿਹਾ, ਉਹ ਤੁਸੀਂ ਖੁਦ ਵੀ ਦੁਬਾਰਾ ਪੜ੍ਹ ਸਕਦੇ ਹੋ। ਸੋ ਵਿਦਆਊਟ ਵੇਸਟਿੰਗ ਟਾਈਮ ਆਪਾਂ ਸਟਾਰਟ ਕਰਦੇ ਹਾਂ ਫਰਸਟ ਕੁਐਸਚਨ ਤੋਂ, ਕਿਉਂਕਿ ਹੁਣ ਮੈਂ ਗੱਲ ਕਰਦਾ ਇੱਥੇ ਤੁਸੀਂ ਕਹੋਗੇ ਕਿ ਫਰਸਟ ਕੁਐਸਚਨ ਤੋਂ ਕਿਵੇਂ ਸਟਾਰਟ ਕਰ ਲਿਆ। ਠੀਕ ਹੈ ਜੀ, ਕਿ ਜਿਹੜਾ ਹੈਗਾ ਇਹ ਗੱਲ ਵੀ ਫਰਸਟ ਕੁਐਸਚਨ ਤੋਂ ਸਟਾਰਟ ਕਿਵੇਂ ਕਰ ਲਿਆ। ਪਿਛਲੀ ਵੀਡੀਓ ਦੇ ਵਿੱਚ ਮੈਂ ਦੱਸਿਆ ਸੀ ਕਿ ਜਿਹੜੀ ਕੰਪਰੀਹੈਂਸ਼ਨ ਨੂੰ ਅਟੈਂਪਟ ਕਰਨ ਦੇ ਸਟਾਰਟ ਕਰਨ ਦੇ ਟੂ ਟੈਕਨੀਕਸ ਨੇ, ਜਾਂ ਤਾਂ ਪਹਿਲਾਂ ਪੈਰਾਗ੍ਰਾਫ ਪੜ੍ਹ ਲਓ ਜਾਂ ਪਹਿਲਾਂ ਕੁਐਸਚਨਸ ਰੀਡ ਕਰ ਲਓ। ਠੀਕ ਹੈ ਜੀ, ਹੁਣ ਆਪਾਂ ਗੱਲ ਕਰਦੇ ਹਾਂ ਪਹਿਲੇ ਕੁਐਸਚਨ ਦੀ, ਕਿਉਂਕਿ ਜਿਨ੍ਹਾਂ ਦੀ ਸਪੀਡ ਨਹੀਂ ਹੈਗੀ ਜ਼ਿਆਦਾ ਪੈਸੇ ਪੜ੍ਹਨ ਦੀ ਸਪੀਡ ਨਾਲ, ਉਹਨਾਂ ਲਈ ਕੁਐਸਚਨਸ ਪੜ੍ਹਨਾ ਬਿਹਤਰ ਹੈ, ਕਿਉਂਕਿ ਕੁਐਸਚਨਸ ਦੇ ਵਿੱਚ ਤੁਸੀਂ ਕੀ ਲੱਭਦੇ ਹੋ, कीवर्ड्स मैं दसिया सी कीवर्ड्स वो शब्द होंगे ने जिन्हां दे ऊपर पूरा एक सेंटेंस या एक स्टेटमेंट की है डिपेंड करती है कि उहदे विच कहा की गया। ठीक है जी, हुण गल करते हैं कि इत्थे एक पहला क्वेश्चन की है, टू एड्रेस द चैलेंज ऑफ क्लाइमेट चेंज डेवलपिंग कंट्रीज अर्जेंटली रिक्वायर। ठीक है जी, ਹੁਣ ਕਲਾਈਮੇਟ ਚੇਂਜ ਕੀ ਹੈਗਾ ਕਿ ਵਾਤਾਵਰਣ ਦੇ ਵਿੱਚ ਬਹੁਤ ਬਦਲਾਅ ਆ ਰਹੇ ਨੇ ਤੇ ਕੰਟਰੀਜ਼ ਜਿਹੜੀਆਂ ਹੈਗੀਆਂ ਨੇ ਉਹਨਾਂ ਨੂੰ ਕੀ ਰਿਕੁਆਇਰਮੈਂਟ ਹੈ ਉਹਨੂੰ ਐਡਰੈਸ ਕਰਨ ਲਈ। ਹੁਣ ਇੱਥੇ ਐਡਰੈਸ ਦਾ ਮਤਲਬ ਕੀ ਹੈ ਜੀ, ਕੋਈ ਐਡਰੈਸ ਪਤਾ ਨਹੀਂ ਕਰ ਰਹੇ ਕਿ ਪਤਾ ਨਹੀਂ ਦੱਸ ਰਹੇ ਆਪਾਂ ਕਿਸੇ ਚੀਜ਼ ਦਾ ਕੋਈ ਪਤਾ ਦੱਸ ਰਹੇ ਹੈਗੇ। ਇੱਥੇ ਐਡਰੈਸ ਦਾ ਮਤਲਬ ਕੀ ਹੈ, ਉਹਨੂੰ ਫੇਸ ਕਰ ਰਹੇ ਹਾਂ ਆਪਾਂ। ਠੀਕ ਹੈ ਜੀ, ਉਹਨੂੰ ਫੇਸ ਕਰਨਾ ਆਪਾਂ। ਤਾਂ ਇੱਥੇ ਕਲਾਈਮੇਟ ਚੇਂਜ ਨੂੰ ਫੇਸ ਕਰਨ ਲਈ ਕੀ ਰਿਕੁਆਇਰਮੈਂਟ ਹੈਗੀ, ਜਿਵੇਂ ਕਿ ਤੁਹਾਡਾ ਆਨਸਰ ਇੱਥੇ ਦਿੱਤਾ ਹੋਇਆ ਕਿ ਆਪਸ਼ਨ ਏ ਹੈ ਕਿ ਇੰਪਲੀਮੈਂਟੇਸ਼ਨ ਆਫ ਨੈਸ਼ਨਲ ਅਡੈਪਟੇਸ਼ਨ प्लान्स, कि नैशनल अडैप्टेशन प्लान्स ਨੂੰ ਇੰਪਲੀਮੈਂਟ ਕਰਨਾ ਮਤਲਬ ਲਾਗੂ ਕਰਨਾ, ਕਿ ਅਡੈਪਟੇਸ਼ਨ ਪਲਾਨਸ ਨੂੰ ਕੀ ਹੈ ਲਾਗੂ ਕੀਤਾ ਜਾਵੇ। ਹੁਣ ਇਹਦੀ ਲੋਕੇਸ਼ਨ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇੱਥੇ ਮਾਰਕ ਕੀਤੀ ਹੋਈ ਹੈਗੀ ਨੰਬਰ 1 ਕਿ ਇਹ ਲੋਕੇਸ਼ਨ ਕਿਵੇਂ ਮਿਲਦੀ ਹੈ। ਹੁਣ ਮੈਂ ਤੁਹਾਨੂੰ ਦੱਸਦਾ ਲੋਕੇਸ਼ਨ ਮਿਲਦੀ ਕਿਵੇਂ, ਪਹਿਲਾਂ ਸ਼ਾਰਟ ਦੇ ਵਿੱਚ ਮੈਂ ਦੱਸ ਦਿੰਦਾ ਤੇ ਪਿਛਲੀ ਵੀਡੀਓ ਦੇ ਵਿੱਚ ਮੈਂ ਡਿਟੇਲ ਦੇ ਵਿੱਚ ਦੱਸਿਆ ਹੋਇਆ। ਇਹਦੇ ਵਿੱਚ ਕੀ ਕਰਨਾ ਹੁੰਦਾ, ਜਦੋਂ ਤੁਸੀਂ ਇੱਥੇ ਕੀਵਰਡਸ ਮਾਰਕ ਕਰ ਲਏ ਨਾ, सारी ऑप्शंस ਦੇ कीवर्ड्स मार्क कर लोगे, जिवें इंप्लीमेंटेशन ऑफ नेशनल अडैप्टेशन प्लान्स फर्स्ट ऑप्शन है, अडॉप्शन ऑफ शॉर्ट टर्म्स प्लान सेकंड ऑप्शन, अडॉप्शन ऑफ टेक्नोलॉजिकल सॉल्यूशंस थर्ड ऑप्शन एंड इंपोजिशन ऑफ क्लाइमेट चेंज टैक्स। हुण ਇਹ ਜਿਹੜੀ ऑप्शंस ने इन्हां दे विच कीवर्ड्स मार्क कर लो कि एक ਤਾਂ अडैप्टेशन प्लान ਦੀ ਗੱਲ ਹੋ ਰਹੀ ਹੈ, ਇੱਕ अडॉप्शन हो रही है टर्म प्लान्स ਦੀ, ਇੱਕ अडॉप्शन हो रही है टेक्नोलॉजिकल सॉल्यूशन ਦੀ, फिर एक हो रही है इंपोजिशन ऑफ क्लाइमेट चेंज टैक्स। इंपोजिशन की होंदा है जी थोपना, इंपोज करना मतलब थोपना। अडॉप्शन होंदा है कि मान लेना, ठीक है, स्वीकार कर लेना। ते अडैप्ट होंदा है जी उस चीज नाल रल मिल जाना, घुल जाना, अडैप्ट हो जाना उस चीज नाल, ठीक है जी, जुड़ जाना। हुण आपां की कीता जी, आपां पहलां तां क्लाइमेट चेंज की गल लभी। हुण क्लाइमेट चेंज की है जी, पूरा पैराग्राफ ही क्लाइमेट चेंज ते इत्थों जिवें पढ़ सकदे होगे। ठीक है, जिवें जिवें तुसीं अगे रीड करोगे, रीड करदे करदे तुसीं की फाइंड आउट करोगे कि ऑप्शंस दे विच जिहड़ियां गल्लां गईयां सी कोई मैच करदी है, उत्तों कोई वर्ड मिलदा मैनूं सेम यही करते हुए मैनूं भी की मिलिया जी, एक वर्ड मिलिया अडैप्टेशन। ठीक है जी, अडैप्टेशन जिहड़ा वर्ड हैगा ਇਹ ਜਦੋਂ ਮਿਲਿਆ ਤਾਂ ਉੱਥੇ ਆਪਾਂ ਕੀ ਕਰਨਾ ਹੈਗਾ ਕਿ ਉਸ ਤੋਂ ਅੱਗੇ ਤੇ ਉਸ ਤੋਂ ਪਹਿਲਾਂ ਪਿੱਛੇ ਇੱਕ ਦੋ ਲਾਈਨਸ ਆਪਾਂ ਰੀਡ ਕਰਾਂਗੇ ਪ੍ਰੋਪਰ ਵੇ ਦੇ ਵਿੱਚ, ਸਕੈਨਿੰਗ ਕਰਾਂਗੇ ਕਿ ਇੱਥੇ ਮੈਨੂੰ ਆਨਸਰ ਮਿਲਦਾ ਆਪਦਾ। ਠੀਕ ਹੈ ਜੀ, ਹੁਣ ਜਦੋਂ ਅਡੈਪਟੇਸ਼ਨ ਤਾਂ ਇੱਥੇ ਸੈਂਟਰ 'ਚ ਪਿਆ ਤਾਂ ਪਿੱਛੋਂ ਜਦੋਂ ਪੜ੍ਹਨਾ ਸ਼ੁਰੂ ਕੀਤਾ ਕਿ it is vital that these communities are helped to adapt to the changing dynamics of nature. Adaptation is a process through which societies make themselves better able to cope with an uncertain
फ्यूचर ਹੁਣ ਇੱਥੇ ਕਮਿਊਨਿਟੀਜ਼ ਦੀ ਗੱਲ ਕੀਤੀ ਹੈ ਕਿਹੜੀ ਕਮਿਊਨਿਟੀਜ਼ ਥੀਸ ਕਮਿਊਨਿਟੀ ਮਤਲਬ ਇਹ ਤੋਂ ਪਹਿਲਾਂ ਕਮਿਊਨਿਟੀਜ਼ ਦੀ ਗੱਲ ਹੋਈ ਹੈ ਕਿਹੜੀ ਕਮਿਊਨਿਟੀਜ਼ ਨੇ ਉਹ ਪੂਅਰ ਕਮਿਊਨਿਟੀਜ਼ ਪੂਅਰ ਕਮਿਊਨਿਟੀਜ਼ ਕਿੱਥੇ ਹੁੰਦੀਆਂ ਨੇ ਜੀ ਡਿਵੈਲਪਿੰਗ ਕੰਟਰੀ ਦੇ ਵਿੱਚ ਠੀਕ ਹੈ ਜੀ ਜ਼ਿਆਦਾਤਰ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਕੀ ਹੈ ਜੀ ਕਮਿਊਨਿਟੀਜ਼ ਨੂੰ ਕੀ ਹੈ ਪੂਅਰ ਕਮਿਊਨਿਟੀਜ਼ ਨੂੰ ਪਾਇਆ ਜਾਂਦਾ ਤਾਂ ਇੱਥੇ ਜਦੋਂ ਇਹ ਗੱਲ ਕੀਤੀ ਕਿ ਜਿਹੜੀ ਕਮਿਊਨਿਟੀਜ਼ ਨੇ ਇਹਨਾਂ ਨੂੰ ਅਡੈਪਟ ਕਰਨਾ ਸਿਖਾਇਆ ਜਾਵੇ ਅਡੈਪਟ ਮਤਲਬ ਇਹਦੇ ਵਿੱਚ ਰਲਣਾ ਮਿਲਣਾ ਸਿਖਾਇਆ ਜਾਵੇ ਵੀ ਜਿਹੜਾ ਚੇਂਜ ਹੁੰਦਾ ਚੇਂਜਿੰਗ ਡਾਇਨਾਮਿਕਸ ਆਫ ਨੇਚਰ ਮਤਲਬ ਕਲਾਈਮੇਟ ਚੇਂਜ ਜਿਹੜੇ ਡਾਇਨਾਮਿਕਸ ਚੇਂਜ ਹੋ ਰਹੇ ਨੇ ਕਿਹੜੇ ਨੇ ਜੀ ਕਲਾਈਮੇਟ ਚੇਂਜ ਜਿਹੜਾ ਕਲਾਈਮੇਟ ਦੇ ਵਿੱਚ ਜਿਹੜਾ ਬਦਲਾਅ ਆ ਰਿਹਾ ਉਹਨਾਂ ਨਾਲ ਅਡੈਪਟ ਕਰਨਾ ਸਿਖਾਇਆ ਜਾਵੇ ਤੇ ਇਹ ਅਡੈਪਟ ਕਰਨ ਵਾਲਾ ਪ੍ਰੋਸੈਸ ਕੀ ਹੁੰਦਾ ਹੈ ਕਿ ਇਹਦੇ ਵਿੱਚ ਜਿਹੜੀਆਂ ਸੁਸਾਇਟੀਜ਼ ਜਾਂ ਕਮਿਊਨਿਟੀਜ਼ ਨੇ ਉਹ ਆਪਦੇ ਆਪ ਨੂੰ ਉਸ ਤਰੀਕੇ ਨਾਲ ਢਾਲ ਲੈਂਦੀਆਂ ਨੇ ਕਿ ਉਹ ਕੋਪ ਮਤਲਬ ਕਿ ਸਾਹਮਣਾ ਕਰ ਸਕਣ ਅਨਸਰਟਨ ਫਿਊਚਰ ਦਾ ਮਤਲਬ ਕੀ ਹੈ ਕੋਈ ਜਿਹੜਾ ਨਿਸ਼ਚਿਤ ਨਹੀਂ ਹੈ ਅਨਸਰਟਨ ਮਤਲਬ ਜਿਹੜਾ ਨਿਸ਼ਚਿਤ ਨਹੀਂ ਹੈ ਵੀ ਪਤਾ ਨਹੀਂ ਅੱਗੇ ਹੋਊ ਕੀ ਨਾ ਹੋਊ ਠੀਕ ਹੈ ਜੀ ਤਾਂ ਉਹ ਜਿਹੜਾ ਫਿਊਚਰ ਆ ਉਹਨੂੰ ਕੀ ਹੈ ਜੀ ਬਿਨਾਂ ਜਾਣੇ ਉਹਦੇ ਬਾਰੇ ਉਸ ਚੀਜ਼ ਲਈ ਤਿਆਰ ਰਹਿ ਸਕਣ ਠੀਕ ਹੈ ਜੀ ਜਿਵੇਂ ਆਪਣਾ ਇਮਿਊਨ ਸਿਸਟਮ ਹੁੰਦਾ ਕਿਸੇ ਬਿਮਾਰੀ ਲਈ ਤਿਆਰ ਹੋ ਜਾਂਦਾ ਹੈਗਾ ਠੀਕ ਹੈ ਜੀ ਤਾਂ ਉਹੀ ਸਿਸਟਮ ਹੈ ਕਿ ਉਹ ਚੀਜ਼ ਦੇ ਵਿੱਚ ਢਲ ਜਾਣਾ ਠੀਕ ਹੈ ਜੀ ਤਾਂ ਇਦਾਂ ਜਿਹੜਾ ਹੈਗਾ ਇੱਥੇ ਅਡੈਪਟੇਸ਼ਨ ਤੁਹਾਨੂੰ ਵਰਡ ਮਿਲ ਗਿਆ ਅਡੈਪਟੇਸ਼ਨ ਇੱਥੇ ਪ੍ਰੋਪਰ ਕੀ ਹੈ ਮੈਚ ਕਰ ਰਿਹਾ ਤੁਹਾਡੇ ਆਪਸ਼ਨ ਏ ਦੇ ਨਾਲ ਤਾਂ ਇਹਦਾ ਆਨਸਰ ਕੀ ਆਗਾ ਜੀ ਆਪਸ਼ਨ ਏ ਠੀਕ ਹੈ ਜੀ ਨੈਕਸਟ ਆਪਾਂ ਗੱਲ ਕਰਦੇ ਹਾਂ ਸੈਕਿੰਡ ਕੁਐਸਚਨ ਦੀ Second question ਕੀ ਹੈ ਤੁਹਾਡਾ that given below are the factors of vulnerability of poor people to climate changes. Select option that contains the correct answer. Vulnerability ਕੀ ਹੁੰਦਾ ਹੈ ਜੀ ਕਿਸੇ ਚੀਜ਼ ਨਾਲ ਮਤਲਬ ਕਹਿ ਲਓ ਕਿ ਕਿਸੇ ਵੀ ਚੀਜ਼ ਨੂੰ ਤੁਸੀਂ ਛੇਤੀ ਆਪਦੇ ਅੰਦਰ ਗ੍ਰਹਿਣ ਕਰ ਲੈਂਦੇ ਹੋ ਕੋਈ ਪ੍ਰੋਬਲਮ ਨੂੰ ਠੀਕ ਹੈ ਜਿਵੇਂ ਆਪਾਂ ਕਹਿ ਦਈਏ ਕਿ ਯਾਰ ਇਹ ਕੋਈ ਬੱਚੇ ਦੀ ਆਪਾਂ ਜੇ ਗੱਲ ਕਰਦੇ ਹਾਂ ਵੀ ਬੱਚਾ ਤਾਂ ਛੇਤੀ ਬਿਮਾਰ ਹੋ ਜਾਂਦਾ ਕਿ ਉਹ ਵਲਨਰੇਬਲ ਹੈ ਉਸ ਡਿਸੀਜ਼ ਨੂੰ ਠੀਕ ਹੈ ਮਤਲਬ ਉਹ ਡਿਸੀਜ਼ ਲਈ ਉਹ ਇੱਕ ਈਜ਼ੀ ਟਾਰਗੇਟ ਹੈ ਕਿਸੇ ਚੀਜ਼ ਲਈ ਠੀਕ ਹੈ ਜੀ ਤਾਂ ਵੀ ਜਿਹੜੇ ਕਿਹੜੇ ਫੈਕਟਰ ਨੇ ਜਿਹੜੇ ਪੂਅਰ ਪੀਪਲ ਨੂੰ ਟਾਰਗੇਟ ਬਣਾਉਂਦੇ ਨੇ ਕਲਾਈਮੇਟ ਚੇਂਜ ਦਾ ਉਹ ਕਿਹੜੇ ਫੈਕਟਰ ਨੇ ਉਹ ਕਿਹੜੇ ਕਾਰਨ ਨੇ ਇੱਥੇ ਕਾਰਨ ਦਿੱਤੇ ਹੋਏ ਨੇ ਤੁਹਾਡੇ ਅੱਗੇ ਪਹਿਲਾ ਕਾਰਨ ਹੈ ਕਿ देयर ਡਿਪੈਂਡੈਂਸ ਔਨ ਨੈਚੁਰਲ ਰਿਸੋਰਸਸ ਕਿ ਉਹਨਾਂ ਦੇ ਜਿਹੜੇ ਨਿਰਭਰਤਾ ਹਨਾ ਨਿਰਭਰ ਹੋਣਾ ਕਿਸੇ ਚੀਜ਼ ਤੇ ਹਨਾ ਉਹ ਨੈਚੁਰਲ ਰਿਸੋਰਸਸ ਜਿਹੜੇ ਹੈਗੇ ਆ ਜਿਹੜੀ ਕੁਦਰਤੀ ਜਿਹੜੇ ਰਿਸੋਰਸ ਨੇ ਹਨਾ ਕੁਦਰਤੀ ਜਿਹੜਾ ਉਹਨਾਂ ਨੂੰ ਰਿਸੋਰਸ ਮਿਲਦੇ ਨੇ ਉਹ ਤੇ ਨਿਰਭਰ ਕਰਦੇ ਨੇ ਦੂਸਰਾ ਜਿਓਗ੍ਰਾਫੀਕਲ ਐਟਰੀਬਿਊਟਸ ਮਤਲਬ ਉੱਥੋਂ ਦਾ ਏਰੀਆ ਉੱਥੋਂ ਦਾ ਕੀ ਐਟਰੀਬਿਊਟਸ ਨੇ ਉੱਥੋਂ ਦਾ ਕੀ ਸਿਸਟਮ ਹੈ ਕੀ ਵਾਤਾਵਰਨ ਹੈ ਉਹ ਚੀਜ਼ਾਂ ਫਿਰ ਲੈਕ ਆਫ ਫਾਈਨੈਂਸ਼ੀਅਲ ਰਿਸੋਰਸਸ ਵੀ ਉਹਨਾਂ ਕੋਲ ਆਮਦਨੀ ਦੇ ਸਰੋਤ ਜਿਹੜੇ ਹੈਗੇ ਨੇ ਉਹ ਘੱਟ ਨੇ ਫਿਰ ਲੈਕ ਆਫ ਟ੍ਰੈਡੀਸ਼ਨਲ ਨੌਲੇਜ ਵੀ ਜੀ ਟ੍ਰੈਡੀਸ਼ਨਲ ਨੌਲੇਜ ਜਿਹੜੀ ਹੈਗੀ ਜਿਹੜੀ ਇੱਕ ਨੌਲੇਜ ਹੋਣੀ ਚਾਹੀਦੀ ਹੈ ਕਿ ਉਹਨਾਂ ਕੋਲ ਟ੍ਰੈਡੀਸ਼ਨਲ ਨੌਲੇਜ ਜਿਹੜੀ ਹੈਗੀ ਹੈ ਪਹਿਲਾਂ ਤੋਂ ਕਲਾਈਮੇਟ ਦੇ ਰਿਗਾਰਡਿੰਗ ਉਹਦੇ ਬਾਰੇ ਉਹਨਾਂ ਨੂੰ ਪਤਾ ਨਹੀਂਗਾ ਹੁਣ ਚਾਰ ਤੁਹਾਡੇ ਕੋਲ ਕਾਰਨ ਦੇ ਤੇ ਹੁਣ ਅੱਗੇ ਆਪਸ਼ਨਸ ਤੁਹਾਡੀਆਂ ਇਹ ਨੇ ਇੱਥੇ ਆਪਾਂ ਗਲਤੀ ਕਰ ਦਿੰਦੇ ਕਈ ਵਾਰੀ ਆਹੀ ਆਪਸ਼ਨ ਸਮਝ ਲੈਣੇ ਗਲਤ ਹੈ ਗੱਲ ਧਿਆਨ ਨਾਲ ਪੜਿਆ ਕਰੋ ਤਾਂ ਇੱਥੇ ਆਪਸ਼ਨਸ ਤੁਹਾਡੇ ਕੋਲ ਹੈਗੇ ਨੇ ਕਿ ਸੈਕਿੰਡ ਥਰਡ ਤੇ ਫੋਰਥ ਪਹਿਲੀ ਆਪਸ਼ਨ ਹੈਗੀ ਵੀ ਦੂਜਾ ਤੀਜਾ ਚੌਥਾ ਕਾਰਨ ਹੈ ਜੀ ਇਹਨਾਂ ਦਾ बी ऑप्शन है भी 1 2 3 ਤੇ 4 ਚਾਰੇ ਦੇ ਚਾਰੇ ਕਾਰਨ ਨੇ ਤੀਜੀ ਆਪਸ਼ਨ ਹੈਗੀ ਕਿ ਇਕੱਲਾ ਤੀਜਾ ਕਾਰਨ ਹੀ ਇਹਦਾ ਆਨਸਰ ਹੈ ਤੇ ਡੀ ਆਪਸ਼ਨ ਹੈਗੀ ਕਿ ਪਹਿਲੇ ਤਿੰਨ ਜਿਹੜੇ ਹੈਗੇ ਨੇ ਉਹ ਕਾਰਨ ਨੇ ਇਹਦੇ ਤੇ ਇਹਦਾ ਆਨਸਰ ਵੀ ਤੁਹਾਡਾ ਕੀ ਹੈ ਜੀ ਡੀ ਆਊਗਾ ਕਰੈਕਟ ਆਨਸਰ ਜਿਹੜਾ ਹੈਗਾ ਡੀ ਆਊਗਾ ਕਿਵੇਂ ਆਊਗਾ ਆਜੋ ਆਪਾਂ ਲੱਭਦੇ ਆਂ ਵਰਨੇਬਿਲਿਟੀ ਜਿਹੜੀ ਹੈਗੀ ਆ ਪੂਅਰ ਪੀਪਲ ਦੀ ਕਲਾਈਮੇਟ ਚੇਂਜ ਨੂੰ ਲੈ ਕੇ ਕਿੱਥੇ ਮਿਲਦਾ ਹੁਣ ਇੱਥੋਂ ਜੋ ਪੜ੍ਹਨਾ ਸ਼ੁਰੂ ਕੀਤਾ ਤਾਂ ਆ ਪਿਆ ਤੁਹਾਡਾ ਆਨਸਰ ਜਿਹੜਾ ਹੈਗਾ vulnerability ਜਿਹੜੀ ਹੈਗੀ ਉਹ to climate change is not just a function of geography or dependence on natural resources ਮਤਲਬ ਇੱਥੇ ਕਹਤਾ ਵੀ ਇੱਕ ਤਾਂ ਜਿਓਗ੍ਰਾਫੀ ਦਾ ਫੰਕਸ਼ਨ ਜਿਹੜਾ ਹੈਗਾ ਉਹ ਤੇ ਡਿਪੈਂਡ ਨਹੀਂ ਕਰਦੀ ਤੇ ਨਾ ਹੀ ਨੈਚੁਰਲ ਰਿਸੋਰਸਸ ਤੇ ਡਿਪੈਂਡ ਕਰਦੀ ਹੈ ਮਤਲਬ not just a function ਹੁਣ ਇੱਥੇ ਜੇ ਤੁਸੀਂ ਇਹ ਪੜੋਗੇ ਕਈ ਬੱਚਿਆਂ ਨੂੰ ਲੱਗੂਗਾ ਇਹ ਤੇ ਡਿਪੈਂਡ ਨਹੀਂ ਕਰਦੀ ਕਿਉਂਕਿ not ਆ ਗਿਆ ਪਰ ਧਿਆਨ ਨਾਲ ਪੜੋਗੇ is not just ਆਇਆ ਨਾਲ just ਮਤਲਬ ਵੀ ਇਕੱਲਾ ਇਸੇ ਤੇ ਡਿਪੈਂਡ ਨਹੀਂ ਕਰਦੀ ਉਹ ਸੋਸ਼ਲ ਵੀ ਹੈ ਇਕਨੋਮਿਕ ਤੇ ਪੋਲੀਟੀਕਲ ਡਾਈਮੈਂਸ਼ਨਸ ਤੇ ਵੀ ਡਿਪੈਂਡ ਕਰਦੀ ਹੈ ਵੀ ਉਹ ਕਿਵੇਂ ਇਨਫਲੂਐਂਸ ਕਰ ਰਹੀ ਹੈ ਕਲਾਈਮੇਟ ਚੇਂਜ ਦੇ ਇਫੈਕਟਸ ਨੂੰ ਡਿਫਰੈਂਟ ਗਰੁੱਪਸ ਦੇ ਵਿੱਚ ਤੇ ਪੂਅਰ ਪੀਪਲ ਜਿਹੜੇ ਹੈਗੇ ਆ ਰੇਅਰਲੀ ਹੈਵ ਇੰਸ਼ੋਰੈਂਸ ਟੂ ਕਵਰ ਲਾਸ ਆਫ ਪ੍ਰਾਪਰਟੀ ਡਿਊ ਟੂ ਨੈਚੁਰਲ ਕਲੈਮਾਈਨਸ that is drought, floods, super cyclones, etc. The poor communities are already struggling to cope with existing challenges of poverty and climate variability, and climate change could push many beyond their ability to cope or even survive. ਹੁਣ ਇੱਥੇ ਕੀ ਗੱਲ ਕੀਤੀ ਹੋਈ ਹੈ ਕਿ ਇੱਥੇ ਸਾਰੇ ਕਾਰਨ ਜਿਹੜੇ ਹੈਗੇ ਉਹ ਦਿੱਤੇ ਹੋਏ ਨੇ ਜਿਓਗ੍ਰਾਫੀਕਲ
फंक्शन ਦਾ ਜਿਹੜਾ ਹੈਗਾ ਉਹ ਵੀ ਕਾਰਨ ਦਿੱਤਾ ਹੋਇਆ, ਨੈਚੁਰਲ ਰਿਸੋਰਸਿਸ ਦਾ ਦਿੱਤਾ ਹੋਇਆ ਇੱਕ ਕਾਰਨ, ਤੇ ਇੱਕ ਕਾਰਨ ਜਿਹੜਾ ਹੈਗਾ ਸੋਸ਼ਲ ਇਕਨੋਮਿਕ ਤੇ ਪੋਲੀਟੀਕਲ ਡਾਇਮੈਂਸ਼ਨ ਆ ਗਿਆ। ਹੁਣ ਆਪਾਂ ਇਹ ਵੈਰੀਫਾਈ ਕਰਾਂਗੇ ਆਪਣੀ ਆਪਸ਼ਨਸ ਦੇ ਨਾਲ ਵੀ ਇੱਥੇ ਕਿਹੜੇ ਕਿਹੜੇ ਕਾਰਨ ਮੈਚ ਕਰਦੇ ਨੇ। ਪਹਿਲਾ ਕਾਰਨ ਆਪਾਂ ਦੇਖੋ ਜਿਓਗ੍ਰਾਫੀ ਵਾਲਾ ਉੱਥੇ ਮਿਲਦਾ ਹੈ, ਹਾਂਜੀ ਆਪੇ। ਸੈਕਿੰਡ ਨੈਚੁਰਲ ਰਿਸੋਰਸਿਸ ਵਾਲਾ ਜਿਹੜਾ ਉਹਨਾਂ ਦੀ ਡਿਪੈਂਡੈਂਸੀ ਹੈ ਉਹ ਤੇ ਨਿਰਭਰ ਕਰਦੇ ਆ, ਆਪਿਆ ਜੀ ਪਹਿਲਾ। ਫਿਰ ਸੋਸ਼ਲ ਦਾ ਕੋਈ ਕਾਰਨ ਨਹੀਂ ਉੱਥੇ ਦਿੱਤਾ ਹੋਇਆ। ਇਕਨੋਮਿਕ ਹੈਗਾ ਜੀ, ਫਾਈਨੈਂਸ਼ੀਅਲ ਜਿਹੜਾ ਰਿਸੋਰਸਿਸ ਆ ਇਕਨੋਮਿਕਸ ਦੇ ਵਿੱਚ ਹੀ ਆ ਜਾਂਦਾ, ਇਕਨੋਮਿਕਲ ਕੰਡੀਸ਼ਨ। ਪੋਲੀਟੀਕਲ ਡਾਇਮੈਂਸ਼ਨਸ ਨਹੀਂ ਦਿੱਤਾ। ਮਤਲਬ ਇਹਨਾਂ ਪੰਜਾਂ ਦੇ ਵਿੱਚੋਂ ਤਿੰਨ ਕਾਰਨ ਇੱਥੇ ਦਿੱਤੇ ਹੋਏ ਨੇ। ਉਹ ਤਿੰਨ ਆਪਸ਼ਨਾਂ ਦੇਖ ਲਓ ਕਿੱਥੇ ਨੇ, ਆ ਪਈਆਂ ਜੀ ਡੀ ਦੇ ਵਿੱਚ, ਤਾਂ ਹੀ ਤੁਹਾਡਾ ਆਨਸਰ ਆ ਗਿਆ ਜੀ ਡੀ। ਠੀਕ ਹੈ ਜੀ, ਆਈ ਹੋਪ ਕਿ ਤੁਹਾਨੂੰ ਇਹ ਸਮਝ ਆ ਗਿਆ। ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਥਰਡ ਕੁਐਸਚਨ ਕਿ which of the following is against the idea portrayed in the passage। ਵੀ ਜਿਹੜਾ ਪੂਰਾ ਪੈਸੇਜ ਹੈ, ਜਿਹੜਾ ਇਹ ਪੂਰਾ ਪੈਸੇਜ ਹੈ, ਇਹਦੇ ਵਿੱਚ ਜੋ ਆਈਡੀਆ ਦਰਸਾਇਆ ਗਿਆ ਉਹਦੇ ਅਗੇਂਸਟ ਕਿਹੜੀ ਗੱਲ ਹੈ ਇਹਨਾਂ ਚਾਰਾਂ ਆਪਸ਼ਨਸ ਦੇ ਵਿੱਚੋਂ। ਪਹਿਲੀ ਗੱਲ ਕਰਦੇ ਹਾਂ ਕਿ ਕੋਆਰਡੀਨੇਸ਼ਨ ਬਿਟਵੀਨ ਰੀਜਨਲ ਐਂਡ ਨੈਸ਼ਨਲ ਐਫਰਟਸ ਇਜ਼ ਨੈਸੈਸਰੀ। ਹੁਣ ਇਹ ਆਪਾਂ ਕੀ ਕਰਦੇ ਹੁੰਦੇ ਜੋ ਕੁਐਸਚਨ ਪੜ੍ਹਦੇ ਹੁੰਦੇ ਆ ਕਿ ਆਪਾਂ ਇੱਥੇ ਮਾਰਕ ਕਰੀ ਚੱਲੋ ਵੀ ਇੱਕ ਤਾਂ ਕੋਆਰਡੀਨੇਸ਼ਨ ਕੀਤਾ, ਰੀਜਨਲ ਤੇ ਨੈਸ਼ਨਲ ਐਫਰਟਸ ਨੈਸੈਸਰੀ, ਵੀ ਇਹ ਗੱਲ ਇਹਦੇ ਵਿੱਚ ਕਹੀ ਗਈ ਹੈ ਨਹੀਂ ਕਹੀ ਗਈ ਆਪਾਂ ਦੇਖਾਂਗੇ। ਠੀਕ ਹੈ ਜੀ। The process of adaptation to climate change does not take into account the factor of prevailing national circumstances। ਵੀ climate change ਜਿਹੜਾ adaptation ਜਿਹੜਾ ਸਿਸਟਮ ਚਲਾਇਆ ਉਹ ਕੀ ਹੈ ਜੀ, ਇਹਨਾਂ ਚੀਜ਼ਾਂ ਨੂੰ ਜਿਹੜੀ ਕਿ ਨੈਸ਼ਨਲ ਸਰਕਮਸਟੈਂਸਿਸ ਚੱਲ ਰਹੇ ਨੇਗੇ ਉਹਨਾਂ ਨੂੰ ਕੀ ਹੈ ਆਪਦੀ ਨਿਗਾਹ ਦੇ ਵਿੱਚ ਨਹੀਂ ਰੱਖਿਆ ਅਕਾਊਂਟ ਦਾ ਮਤਲਬ ਇਹ ਹੈ। ਥਰਡ ਆਪਸ਼ਨ ਹੈ ਸੋਸ਼ਲ ਡਾਇਮੈਂਸ਼ਨਸ ਆਫ ਕਲਾਈਮੇਟ ਚੇਂਜ ਆਲਸੋ ਨੀਡ ਟੂ ਬੀ ਐਪਰੀਸ਼ੀਏਸ਼ਨ। ਵੀ ਜਿਹੜੇ ਸੋਸ਼ਲ ਡਾਇਮੈਂਸ਼ਨ ਨੇ ਕਲਾਈਮੇਟ ਚੇਂਜ ਦੇ ਉਹਨਾਂ ਦੀ ਵੀ ਐਪਰੀਸ਼ੀਏਸ਼ਨ ਜ਼ਰੂਰੀ ਹੈ। Then fourth option है combining traditional knowledge with appropriate technology is the need of the hour। ਵੀ ਇੱਕ ਪ੍ਰੋਪਰ ਟੈਕਨੋਲੋਜੀ ਦੇ ਨਾਲ ਟ੍ਰੈਡੀਸ਼ਨਲ ਪੁਰਾਣੀ ਜਿਹੜੀ ਨੌਲੇਜ ਹੈ ਉਹਨੂੰ ਕੀ ਹੈ, ਜਿਹੜੀ ਪੁਰਾਣੀ ਬਜ਼ੁਰਗਾਂ ਤੋਂ ਨੌਲੇਜ ਆ ਰਹੀ ਹੈਗੀ, ਟ੍ਰੈਡੀਸ਼ਨਲ ਦਾ ਮਤਲਬ ਇਹੀ ਹੈ ਕਿ ਉਹ ਕੀ ਹੈ ਅੱਜ ਦੀ ਲੋੜ ਹੈ ਕਿ ਉਹਨੂੰ ਇੱਕ ਟੈਕਨੋਲੋਜੀ ਦੇ ਨਾਲ, ਪ੍ਰੋਪਰ ਟੈਕਨੋਲੋਜੀ ਦੇ ਨਾਲ ਜੋੜ ਕੇ ਕੰਮ ਲਿੱਤਾ ਜਾਵੇ। ਹੁਣ ਇਹਨਾਂ ਚਾਰਾਂ ਗੱਲਾਂ ਦੇ ਵਿੱਚੋਂ ਆਪਸ਼ਨ ਬੀ ਜਿਹੜੀ ਹੈਗੀ ਹੈ ਇਹ ਉਹ ਕਹਿੰਦੇ ਇਹ ਗੱਲ ਇਹ ਤਾਂ ਕੀਤੀ ਨਹੀਂ ਗਈ ਪੈਸੇਜ ਦੇ ਵਿੱਚ, ਇਹ ਅਗੇਂਸਟ ਹੈ। ਇਹ ਜਿਹੜਾ ਆਈਡੀਆ ਇਹਦੇ ਵਿੱਚ ਪੂਰਾ ਕੀਤਾ ਗਿਆ ਉਹਦੇ ਅਗੇਂਸਟ ਹੈ। ਕਿਵੇਂ ਅਗੇਂਸਟ ਹੈ, ਹੁਣ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਇਹ ਆਪਸ਼ਨਸ ਲੱਭਾਂਗੇ, ਲੋਕੇਸ਼ਨ ਲੱਭਾਂਗੇ ਇਹਨਾਂ ਦੀ। ਲੋਕੇਸ਼ਨ ਆਪਾਂ ਨੂੰ ਮਿਲਦੀ ਹੈ ਜੀ ਇੱਥੇ ਜਾ ਕੇ ਨੀਚੇ ਜਾ ਕੇ ਪੈਰਾਗ੍ਰਾਫ ਦੀ, ਆਪੇ ਤੁਹਾਡਾ ਥਰਡ। The need of adaptation interventions depends on national circumstances। ठीक है जी, the need of adaptation intervention depends on national circumstances। ਗੱਲ ਤਾਂ ਤੁਹਾਡੀ ਇੱਥੇ ਹੀ ਨਿਬੜ ਗਈ ਜੇ ਦੇਖਿਆ ਜਾਵੇ ਧਿਆਨ ਨਾਲ ਕਿ ਜਿਹੜਾ ਹੈਗਾ ਅਡੈਪਟੇਸ਼ਨ ਦੀ ਲੋੜ ਕੀ ਹੈ। ਪਹਿਲੀ ਕਿ ਉਹ ਜਿਹੜਾ ਹੈਗਾ ਨੈਸ਼ਨਲ ਸਰਕਮਸਟੈਂਸਿਸ ਤੇ ਡਿਪੈਂਡ ਕਰਦਾ, ਨੈਸ਼ਨਲ ਸਰਕਮਸਟੈਂਸਿਸ ਤੇ ਡਿਪੈਂਡ ਕਰਦਾ, ਪਰ ਇੱਥੇ ਇਹ ਕਹਿ ਰਹੇ ਆ ਵੀ ਉਹਨੂੰ ਅਕਾਊਂਟ 'ਚ ਹੀ ਨਹੀਂ ਲਿੱਤਾ ਗਿਆ। ਤੁਹਾਡੀ ਗੱਲ ਹੀ ਇੱਥੇ ਕੰਟਰਾਡਿਕਟ ਕਰ ਗਈ। ਠੀਕ ਹੈ ਜੀ, ਤਾਂ ਮਤਲਬ ਗੱਲ ਤੇ ਇਹ ਉਲਟ ਹੋ ਗਈ। ਚਲੋ ਇਹਨੂੰ ਇੱਕ ਆਪਾਂ ਹੋਲਡ ਤੇ ਰੱਖਦੇ ਆ, ਧਿਆਨ ਨਾਲ ਪੜ੍ਹਨਾ ਵੀ ਜ਼ਰੂਰੀ ਹੈ, ਸਕੈਨਿੰਗ ਕਰਨੀ ਜ਼ਰੂਰੀ ਹੈ, ਹੋ ਸਕਦਾ ਆਪਾਂ ਜਲਦੀ ਦੇ ਵਿੱਚ ਕੋਈ ਗਲਤ ਆਪਸ਼ਨ ਲਗਾ ਦਈਏ। ਅੱਗੇ ਹੈਗਾ there is a large body of knowledge and experience within local communities on coping with climate variability and extreme weather events। Local communities have always aimed to adapt to variations in their climate and ਅੱਗੇ ਜਦੋਂ ਤੁਸੀਂ ਸਾਰਾ ਪੜੋਗੇ ਤਾਂ ਇਹਨਾਂ ਤਿੰਨਾਂ ਜਿਹੜੀਆਂ ਗੱਲਾਂ ਨੇ ਇਹ ਜਿਹੜੀਆਂ ਹੈਗੀਆਂ ਮੈਚ ਕਰਦੀਆਂ ਨੇ ਤੁਹਾਡੀਆਂ। ਪਰ ਜਿਹੜੀ ਆ ਬੀ ਆਪਸ਼ਨ ਹੈ ਜਿਹੜੀ ਹੈਗੀ ਹੈ ਇਹ ਤੁਹਾਡੀ ਇੱਥੇ ਹੀ ਕਲੀਅਰ ਹੋ ਜਾਂਦੀ ਹੈ ਕਿ ਜਿਹੜੀ ਇਹ ਅਡੈਪਟੇਸ਼ਨ ਹੈ ਇਹ ਡਿਪੈਂਡ ਕਿਤੇ ਕਰਦੀ ਹੈਗੀ ਨੈਸ਼ਨਲ ਸਰਕਮਸਟੈਂਸਿਸ ਤੇ ਡਿਪੈਂਡ ਕਰਦੀ ਹੈ ਵੀ ਉਹਦੇ ਵਿੱਚ ਕੀ ਉਤਾਰ ਚੜਾਵ ਆ ਰਹੇ ਨੇ। ਠੀਕ ਹੈ, ਇਹਦੀ ਬਜਾਏ ਕਿ ਉਹਨੂੰ ਇਗਨੋਰ ਕਰਦੀ ਹੈ, ਪਰ ਇੱਥੇ ਕਹਿ ਰਹੇ ਵੀ ਇਗਨੋਰ ਕਰਦੀ ਹੈ ਮਤਲਬ ਅਗੇਂਸਟ ਕਿਹੜਾ ਹੋ ਗਿਆ ਆਈਡੀਆ ਆਪਸ਼ਨ ਬੀ। ਇਦਾਂ ਤੁਸੀਂ ਆਨਸਰ ਜਿਹੜਾ ਹੈਗਾ ਈਜ਼ੀਲੀ ਆਪਦਾ ਪਿਕ ਆਊਟ ਕਰ ਸਕਦੇ ਹੋ। ਨੈਕਸਟ ਆਪਾਂ ਗੱਲ ਕਰੀਏ ਫੋਰਥ ਕੁਐਸਚਨ ਦੀ, ਤਾਂ ਜਿਹੜਾ ਦ ਟ੍ਰੈਡੀਸ਼ਨਲ ਨੌਲੇਜ ਸ਼ੁੱਡ ਬੀ ਯੂਜ਼ਡ ਥਰੂ, ਵੀ ਟ੍ਰੈਡੀਸ਼ਨਲ ਨੌਲੇਜ ਕਿਵੇਂ ਯੂਜ਼ ਕੀਤੀ ਜਾਵੇ। ਇਹ ਆਪਸ਼ਨ ਹੈ ਤੁਹਾਡੀ ਇੰਪਰੂਵਮੈਂਟ ਇਨ ਨੈਸ਼ਨਲ ਸਰਕਮਸਟੈਂਸਿਸ, synergy between government and local interventions, C imposition of climate change tax, and D its dissemination। ਹੁਣ ਵੀ ਜਿਹੜੀ ਟ੍ਰੈਡੀਸ਼ਨਲ ਨੌਲੇਜ ਆ ਉਹਨੂੰ ਆਪਾਂ ਕਿਵੇਂ ਯੂਜ਼ ਕਰ ਸਕਦੇ ਆ, ਇਹਦਾ ਆਨਸਰ ਇੱਥੇ ਤੁਹਾਨੂੰ ਦਿੱਤਾ ਹੋਇਆ ਆਪਸ਼ਨ ਬੀ ਕਿ ਸਾਈਨਰਜੀ ਬਿਟਵੀਨ ਗਵਰਨਮੈਂਟ ਐਂਡ ਲੋਕਲ ਇੰਟਰਵੈਂਸ਼ਨਸ। ਤੁਸੀਂ ਪਹਿਲਾਂ ਤਾਂ ਟ੍ਰੈਡੀਸ਼ਨਲ ਨੌਲੇਜ ਨੂੰ ਲੱਭੋ ਵੀ ਕਿੱਥੇ ਦਿੱਤਾ ਹੋਇਆ, ਟ੍ਰੈਡੀਸ਼ਨਲ ਨੌਲੇਜ ਬਾਰੇ ਗੱਲ ਕਿੱਥੇ ਕੀਤੀ ਹੋਈ ਹੈ। ਟ੍ਰੈਡੀਸ਼ਨਲ ਨੌਲੇਜ ਦੀ ਜੇ ਤੁਸੀਂ ਗੱਲ ਲੱਭੋਗੇ ਤਾਂ ਜਿੱਥੇ ਆਪਾਂ ਪੜ੍ਹ ਕੇ ਆਏ ਸੀ
ठीक है, ਉੱਥੋਂ ਹੀ ਤੁਹਾਨੂੰ ਮਿਲ ਜੂਗਾ ਕਿ ਆ ਦੇਖੋ ਨੌਲੇਜ ਤੇ ਜਿਹੜਾ ਐਕਸਪੀਰੀਅੰਸ ਹੈ ਇਹ ਜਿਹੜਾ ਹੈ ਪੁਰਾਣਾ ਜਿਹੜਾ ਹੈ ਉੱਥੋਂ ਲੋਕਲ ਕਮਿਊਨਿਟੀਜ਼ ਜਿਹੜੇ ਹੈਗੇ ਉਹਨਾਂ ਕੋਲ ਹੈਗਾ ਇੱਥੋਂ ਤੁਹਾਨੂੰ ਆਈਡੀਆ ਹੋ ਗਿਆ ਇੱਕ ਜਗ੍ਹਾ ਮਿਲ ਗਈ ਵੀ ਇੱਥੇ ਲੱਭਣਾ ਹੁਣ ਉਸ ਤੋਂ ਉੱਪਰ ਨੀਚੇ ਲੱਭਣਾ ਸ਼ੁਰੂ ਕਰੋਗੇ ਕਿਤੇ ਮਿਲਦਾ ਐਗਜ਼ੈਕਟ ਵਰਡ ਤਾਂ ਉੱਪਰ ਜਾਓਗੇ ਤਾਂ ਐਗਜ਼ੈਕਟ ਇੱਥੇ ਪਿਆ ਤੁਹਾਡਾ ਟ੍ਰੈਡੀਸ਼ਨਲ ਨੌਲੇਜ ਹੁਣ ਇੱਥੇ ਤੁਹਾਨੂੰ ਇਹ ਆਪਦਾ ਵਰਡ ਮਿਲ ਗਿਆ ਹੁਣ ਇੱਥੇ ਪੜ੍ਹਨਾ ਸ਼ੁਰੂ ਕਰੋ ਉੱਪਰ ਤੋਂ ਜਿੱਥੋਂ ਸੈਂਟੈਂਸ ਸਟਾਰਟ ਹੋ ਰਿਹਾ that communities must build their resilience including adopting appropriate technology while making the most of traditional knowledge ਹੁਣ ਇੱਥੇ ਇੱਕ D ਆਪਸ਼ਨ ਤੁਹਾਡੀ ਆ ਥਰਡ ਵਾਲੀ ਵੀ ਪਈ ਹੈ ਵੀ ਹਾਂ ਇਹ ਗੱਲ ਕੀਤੀ ਹੋਈ ਹੈ ਸਹੀ ਠੀਕ ਹੈ ਜੀ and diversifying their livelihoods to cope with current and future climate stress local coping strategies and knowledge need to be used ਹੁਣ used ਆ ਗਿਆ ਇੱਥੇ ਤੁਹਾਡੀ ਕਿ traditional knowledge should be used in synergy with local government and local interventions ਤੁਹਾਡੇ ਕੋਲ same answer ਆ ਗਿਆ ਜੀ answer B ਕਿੰਨਾ ਈਜ਼ੀ ਹੋ ਜਾਂਦਾ ਨੇ ਜੇ ਤੁਸੀਂ ਧਿਆਨ ਨਾਲ ਪੜ੍ਹਦੇ ਹੋ ਕੀਵਰਡਸ ਨੂੰ ਲੱਭਦੇ ਹੋ ਹੁਣ ਇਹੀ ਕਈ ਬੱਚੇ ਕੀ ਕਰਦੇ ਨੇ ਜਿਉਂ ਲੱਗਦੇ ਨੇ ਜਿਵੇਂ ਲੱਗਦੇ ਨੇ ਸ਼ੁਰੂ ਤੋਂ ਪੜ੍ਹਨਾ ਫਟਾਫਟ ਲੱਭ ਲਈਏ ਨਹੀਂ ਮਿਲਦਾ ਤੁਸੀਂ ਇੱਥੇ ਕਰਿਆ ਕਰੋ ਸਕਿਮਿੰਗ ਇਹ ਮੈਂ ਤਾਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਕਿ ਸਕਿਮਿੰਗ ਕਿਵੇਂ ਕਰਨੀ ਹੈ ਸਕਿਮਿੰਗ ਕਰਕੇ ਕਰਿਆ ਕਰੋ ਸਕੈਨਿੰਗ ਫਿਰ ਤੁਹਾਨੂੰ ਆਨਸਰ ਪ੍ਰੋਪਰ ਮਿਲੂਗਾ ਹੁਣ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ ਮੋਸਟ ਆਫ ਦ ਟਾਈਮ ਜਿਹੜਾ ਤੁਹਾਡਾ ਲਾਸਟ ਕੁਐਸਚਨ ਹੁੰਦਾ ਹੈਗਾ ਪੈਰਾਗ੍ਰਾਫ ਜਾਂ ਪੈਸੇਜ ਦਾ ਕੰਪਰੀਹੈਂਸ਼ਨ ਦਾ ਉਹ ਹਮੇਸ਼ਾ ਇੱਕ ਵਰਡ ਦਾ ਮੀਨਿੰਗ ਪੁੱਛਿਆ ਜਾਂਦਾ ਹੁੰਦਾ ਹੁਣ ਜਿਵੇਂ what is the meaning of the word resilience occurring in the passage resilience ਕਿੱਥੇ ਦਿੱਤਾ ਹੋਇਆ ਵਰਡ ਆਪਾਂ ਹੁਣੀ ਪੜ੍ਹ ਕੇ ਆਏ ਸੀ ਇਹ ਹੁੰਦਾ presence of time ਕਿ ਤੁਸੀਂ ਯਾਦ ਰੱਖੋ ਵੀ ਪਿਛਲਾ ਕੁਐਸਚਨ ਜਿਹੜਾ ਪੜ੍ਹ ਕੇ ਆਏ ਹੋ ਕਈ ਵਾਰੀ ਤੁਹਾਨੂੰ ਆਨਸਰ ਉੱਥੋਂ ਹੀ ਮਿਲ ਜਾਂਦਾ resilience ਇੱਥੇ ਤੁਹਾਡੇ ਕੋਲ ਗਿਵਨ ਹੈਗਾ resilience ਜਿਹੜਾ ਵਰਡ ਹੈ ਇਹਦਾ ਮੀਨਿੰਗ ਕੀ ਹੈ ਜੀ ਇਹਦਾ ਮੀਨਿੰਗ ਹੈਗਾ ਜੀ flexibility ਆਪਸ਼ਨ C ਹੈ ਜੀ ਇਹਦਾ ਮੀਨਿੰਗ flexibility ਹੈ ਦੇਖੋ ਵੋਕੈਬਲਰੀ ਵਾਲਾ ਜਿਹੜਾ ਕੁਐਸਚਨ ਹੈ ਉਹਨੂੰ ਕਰਨ ਦੇ ਦੋ ਹੀ ਤਰੀਕੇ ਨੇ ਜਾਂ ਤਾਂ ਸੈਂਟੈਂਸ ਨੂੰ ਸਮਝੋ ਠੀਕ ਹੈ ਜੀ ਜਾਂ ਫਿਰ ਪੜੋ ਵੋਕੈਬਲਰੀ ਸ਼ਬਦਾਂ ਨੂੰ ਜਿੰਨਾ ਵੱਧ ਤੋਂ ਵੱਧ ਪੜ੍ਹ ਸਕਦੇ ਹੋ ਪੜੋ ਕਿਉਂਕਿ ਹੁਣ ਤੁਹਾਡੇ ਕੋਲ ਪ੍ਰੈਕਟਿਸ ਦਾ ਟਾਈਮ ਹੈ ਐਗਜ਼ਾਮ ਵੇਲੇ ਤੁਹਾਨੂੰ ਕੋਈ ਪ੍ਰੈਕਟਿਸ ਦਾ ਮੌਕਾ ਨਹੀਂ ਮਿਲਣਾਗਾ ਠੀਕ ਹੈ ਤਾਂ ਜਿਵੇਂ ਹੁਣ ਤੁਸੀਂ ਆਹ ਇੱਕ ਪੈਰਾਗ੍ਰਾਫ ਕਰ ਰਹੇ ਹੋ ਇਹ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਦੱਸ ਦੇਣਾ ਚਾਹੁੰਦਾ ਕਿ ਜਦੋਂ ਤੁਸੀਂ ਕੋਈ ਵੀ ਪੈਰਾਗ੍ਰਾਫ ਕਰਦੇ ਹੋ ਪ੍ਰੈਕਟਿਸ ਲਈ ਉਹਦੇ ਵਿੱਚ ਜਿਹੜੇ ਵਰਡਸ ਨਵੇਂ ਆਉਂਦੇ ਨੇ ਉਹਨਾਂ ਨੂੰ ਪੜੋ ਉਹਨਾਂ ਨੂੰ ਇੱਕ ਅੱਡ ਕਾਪੀ ਤੇ ਲਿਖੋ ਤੇ ਉਹਨਾਂ ਦੇ ਮੀਨਿੰਗ ਲੱਭ ਕੇ ਲਿਖੋ ਅਤੇ ਉਹਨੂੰ ਦਿਮਾਗ 'ਚ ਬਿਠਾਓ ਦਿਮਾਗ 'ਚ ਬਿਠਾਓਗੇ ਤਾਂ ਹੀ ਜਿਹੜਾ ਹੈਗਾ ਤੁਹਾਡਾ ਜਿਹੜਾ ਕੰਪਰੀਹੈਂਸ਼ਨ ਜਿਹੜਾ ਹੈਗਾ ਈਜ਼ੀਲੀ ਅਟੈਂਪਟ ਕਰ ਪਾਓਗੇ ਕਿਉਂਕਿ ਹੋ ਸਕਦਾ ਹੈ ਤੇ ਕਈ ਵਾਰੀ ਹੁੰਦਾ ਵੀ ਹੈ ਕਿ ਵਰਡਸ ਜਿਹੜੇ ਹੈਗੇ ਰਿਪੀਟ ਹੁੰਦੇ ਨੇਗੇ ਠੀਕ ਹੈ ਜੀ ਤੇ ਉਹ ਜਿਹੜੇ ਵਰਡਸ ਜੇ ਤੁਹਾਨੂੰ ਪਤਾ ਹੋਣਗੇ ਮੀਨਿੰਗ ਤਾਂ ਹੀ ਕਲੀਅਰ ਹੋਣਗੇ ਤੇ ਮੀਨਿੰਗ ਕਲੀਅਰ ਹੋਣਗੇ ਤਾਂ ਹੀ ਤੁਹਾਡਾ ਆਨਸਰ ਕਲੀਅਰ ਹੋਊਗਾ ਨਹੀਂ ਤਾਂ ਤੁਹਾਨੂੰ ਇਹ ਨਹੀਂ ਪਤਾ ਲੱਗਣਾ ਵੀ ਇੱਥੇ ਕੀ ਹੈਗਾ ਤੇ ਉੱਤੇ ਪੈਸੇਜ ਦੇ ਵਿੱਚ ਕੀ ਹੈ ਠੀਕ ਹੈ ਜੀ ਇਹ ਸੀ ਅੱਜ ਦਾ ਪੈਸੇਜ ਕੰਪਰੀਹੈਂਸ਼ਨ ਕੋਈ ਵੀ ਤੁਹਾਨੂੰ ਜੇ ਲੱਗਿਆ ਕਿ ਸਮਝ ਨਹੀਂ ਆਇਆ ਤੁਸੀਂ ਇਹਨੂੰ ਪੌਜ਼ ਕਰੋ ਧਿਆਨ ਨਾਲ ਪੜੋ ਤੇ ਸਮਝੋ ਕਿ ਆਨਸਰ ਇਹ ਇੱਥੋਂ ਕਿਵੇਂ ਆਇਆ ਠੀਕ ਹੈ ਜੀ ਅਤੇ ਸਾਡੇ ਜਿਹੜਾ ਇੰਸਟੀਚਿਊਟ ਹੈ ਆਨਲਾਈਨ ਆਫਲਾਈਨ ਕਲਾਸਿਸ ਅਵੇਲੇਬਲ ਨੇ ਕਿਸੇ ਵੀ ਟਾਈਮ ਤੁਸੀਂ ਵਿਜ਼ਿਟ ਕਰ ਸਕਦੇ ਹੋ ਕਾਲ ਕਰਕੇ ਤਾਂ ਸਾਡੇ ਜਿਹੜੇ ਕੰਟੈਕਟ ਨੰਬਰਸ ਨੇ ਡਿਸਕ੍ਰਿਪਸ਼ਨ ਦੇ ਵਿੱਚ ਗਿਵਨ ਨੇ ਔਰ ਜੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਇਹਨੂੰ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਕਮੈਂਟ ਜ਼ਰੂਰ ਕਰਿਓ ਆਪਣੇ ਜਿਹੜੇ ਹੈਗੇ ਆ ਵਿਚਾਰ ਜ਼ਰੂਰ ਸਾਂਝੇ ਕਰਿਓ ਸਾਡੇ ਨਾਲ ਅੱਜ ਦੀ ਵੀਡੀਓ ਇੰਨੀ ਸੀ ਥੈਂਕ ਯੂ